ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਦੇ ਇਤਿਹਾਸ ਨੂੰ ਸਮਝਣਾ ਨਾ ਸਮਝੋ ਭਾਰਤ ਦੇ ਇਤਿਹਾਸ ਦੀ ਨੀਂਹ ਨੂੰ ਸਮਝਣਾ ਹੈ। ਤੁਸੀਂ ਪੰਜਾਬ ਦੇ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੇ ਹੋਵੋ, ਪੀਪੀਐਸਸੀ ਹੋਵੇ ਜਾਂ ਪੀਐਸਐਸਬੀ, ਪ੍ਰਾਚੀਨ ਪੰਜਾਬ ਦੇ ਇਤਿਹਾਸ ਤੋਂ ਸਵਾਲ ਤਾਂ ਪੱਕਾ ਆਉਂਦਾ ਹੀ ਆਉਂਦਾ ਹੈ ਤੇ ਕਈ ਵਾਰ ਨਾ ਇਹ ਸਵਾਲ ਇਦਾਂ ਘੁਮਾ ਕੇ ਪੁੱਛਦੇ ਨੇ ਕਿ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਨੇ। ਪਰ ਟੈਨਸ਼ਨ ਨਹੀਂ ਲੈਣੀ, ਅੱਜ ਆਪਾਂ ਇਸ ਟੌਪਿਕ ਦੀ ਹਰ ਗੱਲ ਦੀ ਤਹਿ ਤੱਕ ਜਾਵਾਂਗੇ, ਬਿਲਕੁਲ ਕਹਾਣੀਆਂ ਦੇ ਰਾਹੀਂ ਇਸ ਨੂੰ ਸਮਝਾਂਗੇ ਤੇ ਉਹ ਸਾਰੇ ਇੰਪੋਰਟੈਂਟ ਫੈਕਟਸ ਕਵਰ ਕਰਾਂਗੇ ਜੋ ਤੁਹਾਨੂੰ ਐਗਜ਼ਾਮ 'ਚ ਨੰਬਰ ਪੱਕੇ ਕਰਵਾਉਣਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਜ਼ਰਾ ਸੋਚ ਕੇ ਵੇਖੋ, ਜਿਸ ਜ਼ਮੀਨ ਨੂੰ ਆਪਾਂ ਇੰਨੇ ਮਾਣ ਨਾਲ ਪੰਜਾਬ ਕਹਿੰਦੇ ਆ, ਜਿਸ ਦੇ ਨਾਂ ਤੇ ਪੂਰਾ ਸੂਬਾ ਹੈ, ਉਸ ਦਾ ਇਹ ਨਾਮ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਪਵਿੱਤਰ ਕਿਤਾਬਾਂ 'ਚੋਂ ਇੱਕ ਰਿਗਵੇਦਾ ਵਿੱਚ ਕਿਤੇ ਮਿਲਦਾ ਹੀ ਨਹੀਂ। ਹੈਰਾਨੀ ਵਾਲੀ ਗੱਲ ਹੈ ਨਾ। ਭਲਾ ਇਹ ਕਿਵੇਂ ਹੋ ਸਕਦਾ ਹੈ? ਤੇ ਜੇ ਪੰਜਾਬ ਨਹੀਂ ਸੀ ਤਾਂ ਉਸ ਵੇਲੇ ਇਸ ਸੋਨੇ ਵਰਗੀ ਧਰਤੀ ਦਾ ਨਾਮ ਕੀ ਸੀ? ਇਹ ਉਹ ਰਾਜ਼ ਨੇ ਜੋ ਅੱਜ ਆਪਾਂ ਖੋਲਣ ਵਾਲੇ ਆ। ਵੈਲਕਮ ਟੂ ਮਿਸ਼ਨ ਪੰਜਾਬ ਐਗਜ਼ਾਮਸ। ਮੈਂ ਹਾਂ ਗਿਆਨ। ਚਲੋ ਫਿਰ ਉਸ ਸਵਾਲ ਦਾ ਪਿੱਛਾ ਕਰਦੇ ਹਾਂ ਤੇ ਪੰਜਾਬ ਦੇ ਇਤਿਹਾਸ ਦੇ ਸਮੁੰਦਰ 'ਚ ਡੁਬਕੀ ਲਾਉਂਦੇ ਹਾਂ ਤੇ ਉਹ ਮੋਤੀ ਕੱਢ ਕੇ ਲਿਆਉਂਦੇ ਹਾਂ ਜੋ ਤੁਹਾਡੇ ਇਮਤਿਹਾਨ ਵਿੱਚ ਨੰਬਰ ਬਣ ਕੇ ਚਮਕਣਗੇ। ਚਲੋ ਫਿਰ ਆਪਣੇ ਇਸ ਗਿਆਨ ਦੇ ਸਫ਼ਰ ਦਾ ਨਕਸ਼ਾ ਦੇਖ ਲਈਏ। ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਵੱਖ-ਵੱਖ ਨਾਵਾਂ ਦੀ ਰੋਚਕ ਕਹਾਣੀ ਸੁਣਾਵਾਂਗੇ। ਫਿਰ ਆਪਾਂ ਟਾਈਮ ਮਸ਼ੀਨ 'ਚ ਬਹਿ ਕੇ ਪਿੱਛੇ ਜਾਵਾਂਗੇ ਤੇ ਵੇਖਾਂਗੇ ਕਿ ਇੱਥੇ ਸੱਭਿਅਤਾ ਦਾ ਜਨਮ ਕਿਵੇਂ ਹੋਇਆ। ਉਸ ਤੋਂ ਬਾਅਦ ਵੈਦਿਕ ਕਾਲ ਦੀ ਸ਼ਾਨ ਯਾਨੀ ਸਪਤਾ ਸਿੰਧੂ ਦੇ ਯੁੱਗ ਨੂੰ ਸਮਝਾਂਗੇ। ਫਿਰ ਉਹਨਾਂ ਹਮਲਾਵਰਾਂ ਤੇ ਸਾਮਰਾਜਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਧਰਤੀ ਦੀ ਕਿਸਮਤ ਲਿਖੀ। ਫਿਰ ਆਪਾਂ ਜਾਸੂਸਾਂ ਵਾਂਗ ਇਹ ਪਤਾ ਕਰਾਂਗੇ ਕਿ ਇਤਿਹਾਸ ਦੇ ਸਰੋਤ ਕੀ ਨੇ, ਮਤਲਬ ਸਾਨੂੰ ਇਹ ਸਭ ਪਤਾ ਕਿਵੇਂ ਚੱਲਦਾ ਹੈ। ਤੇ ਆਖਿਰ ਵਿੱਚ ਸਭ ਤੋਂ ਜ਼ਰੂਰੀ ਐਗਜ਼ਾਮ ਲਈ ਇੰਪੋਰਟੈਂਟ ਫੈਕਟਸ ਵੀ ਇੱਕਦਮ ਫਾਸਟ ਰਿਵੀਜ਼ਨ ਕਰਾਂਗੇ। ਰੈਡੀ ਹੋ? ਚਲੋ ਸ਼ੁਰੂ ਕਰੀਏ। ਸਾਡਾ ਪਹਿਲਾ ਪੜਾਅ ਹੈ ਪੰਜਾਬ ਦੇ ਨਾਮ ਤੇ ਉਸ ਦੀ ਪਹਿਚਾਣ। ਕਿਸੇ ਵੀ ਜਗ੍ਹਾ ਦਾ ਨਾਮ ਨਾ ਉਸ ਦੀ ਰੂਹ ਹੁੰਦਾ ਹੈ ਤੇ ਪੰਜਾਬ ਦੇ ਤਾਂ ਤੁਹਾਨੂੰ ਪਤਾ ਹੈ ਕਈ ਨਾਮ ਰਹੇ ਨੇ। ਇਹ ਉਹ ਟੌਪਿਕ ਹੈ ਜਿੱਥੇ ਐਗਜ਼ਾਮੀਨਰਸ ਅਕਸਰ ਸਟੂਡੈਂਟਸ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਇਹ ਸਿੱਧਾ ਤੁਹਾਡੀ ਨੌਲੇਜ ਦੀ ਗਹਿਰਾਈ ਚੈੱਕ ਕਰਦਾ ਹੈ। ਸੋ ਬਿਲਕੁਲ ਧਿਆਨ ਨਾਲ ਸੁਣਨਾ, ਹਰ ਨਾਮ ਦੇ ਪਿੱਛੇ ਇੱਕ ਪੂਰੀ ਕਹਾਣੀ ਹੈ। ਚਲੋ ਸਭ ਤੋਂ ਪੁਰਾਣੇ ਨਾਮ ਤੋਂ ਸ਼ੁਰੂ ਕਰਦੇ ਹਾਂ ਜੋ ਸਾਨੂੰ ਰਿਗਵੇਦਾ ਵਿੱਚ ਮਿਲਦਾ ਹੈ, ਸਪਤਾ ਸਿੰਧੂ। ਇਸ ਦਾ ਮਤਲਬ ਹੈ 7 ਨਦੀਆਂ ਦੀ ਧਰਤੀ। ਅੱਜ ਆਪਾਂ 5 ਦਰਿਆਵਾਂ ਦੀ ਗੱਲ ਕਰਦੇ ਹਾਂ, ਪਰ ਉਸ ਜ਼ਮਾਨੇ ਵਿੱਚ 7 ਨਦੀਆਂ ਇਸ ਇਲਾਕੇ ਨੂੰ ਸਿੰਚਦੀਆਂ ਸਨ। ਇਹ ਸਨ ਸਿੰਧੂ, ਵਿਤਸਤਾ ਯਾਨੀ ਝੇਲਮ, ਅਸਿਕਨੀ ਯਾਨੀ ਚਿਨਾਬ, ਪਰੁਸ਼ਨੀ ਯਾਨੀ ਰਾਵੀ, ਵਿਪਾਸ਼ਾ ਯਾਨੀ ਬਿਆਸ ਤੇ ਸ਼ਤੂਦਰੀ ਯਾਨੀ ਸੁਤਲੇਜ। ਪਰ ਇੱਕ ਮਿੰਟ, 7ਵੀਂ ਨਦੀ ਕਿੱਥੇ ਗਈ? ਉਹ ਸੀ ਸਰਸਵਤੀ, ਜੋ ਅੱਜ ਇੱਕ ਰਹੱਸ ਬਣ ਚੁੱਕੀ ਹੈ। ਵਿਗਿਆਨਿਕ ਮੰਨਦੇ ਨੇ ਕਿ ਇਹ ਖਾਗਰ ਹਕਰਾ ਨਦੀ ਦੇ ਰੂਪ ਵਿੱਚ ਵਗਦੀ ਸੀ, ਪਰ ਸਮੇਂ ਨਾਲ ਸੁੱਕ ਗਈ। ਕਲਪਨਾ ਕਰਕੇ ਵੇਖੋ, ਉਸ ਸਮੇਂ ਇਸ ਧਰਤੀ ਦੀ ਸ਼ਾਨ ਕਿੰਨੀ ਹੋਵੇਗੀ ਜਦੋਂ 7 ਵਿਸ਼ਾਲ ਨਦੀਆਂ ਇੱਥੇ ਵਗਦੀਆਂ ਸਨ। ਹੁਣ ਆਉਂਦੇ ਹਾਂ ਉਸ ਨਾਮ ਤੇ ਜੋ ਸਾਡੇ ਦਿਲ ਦੇ ਸਭ ਤੋਂ ਕਰੀਬ ਹੈ, ਪੰਜਾਬ। ਇਹ ਨਾਮ ਫਾਰਸੀ ਭਾਸ਼ਾ ਦਾ ਹੈ ਜੋ ਸਾਨੂੰ ਈਰਾਨ ਯਾਨੀ ਪਰਸ਼ੀਆ ਦੇ ਲੋਕਾਂ ਨੇ ਦਿੱਤਾ। ਪੁੰਜ ਦਾ ਮਤਲਬ ਹੈ ਪੰਜ ਤੇ ਆਬ ਦਾ ਮਤਲਬ ਹੈ ਪਾਣੀ। ਸੋ 5 ਪਾਣੀਆਂ ਦੀ ਧਰਤੀ। ਇਹ ਨਾਮ ਲਗਭਗ 500 BC ਦੇ ਆਸ-ਪਾਸ ਮਸ਼ਹੂਰ ਹੋਣਾ ਸ਼ੁਰੂ ਹੋਇਆ ਜਦੋਂ ਪਰਸ਼ੀਅਨ ਸਾਮਰਾਜ ਨੇ ਇਸ ਇਲਾਕੇ ਤੇ ਕਬਜ਼ਾ ਕੀਤਾ। ਉਹਨਾਂ ਨੇ ਮੁੱਖ ਤੌਰ ਤੇ 5 ਨਦੀਆਂ ਜਿਹਲਮ, ਚਿਨਾਬ, ਰਾਵੀ, ਬਿਆਸ ਤੇ ਸਤਲੁਜ ਨੂੰ ਧਿਆਨ ਵਿੱਚ ਰੱਖ ਕੇ ਇਹ ਨਾਮ ਦਿੱਤਾ। ਤਾਂ ਵੇਖੋ ਸਮੇਂ ਦੇ ਨਾਲ ਕਿਵੇਂ ਪਰਿਭਾਸ਼ਾ ਬਦਲੀ। ਵੈਦਿਕ ਕਾਲ ਦੇ 7 ਦਰਿਆਵਾਂ ਤੋਂ ਫਾਰਸੀ 5 ਦਰਿਆਵਾਂ ਤੱਕ। ਯੂਨਾਨੀਅਨ ਯਾਨੀ ਗ੍ਰੀਕਸ ਨੇ ਇਸ ਨੂੰ ਪੈਂਟਾਪੋਟੇਮੀਆ ਕਿਹਾ, ਜਿਸ ਦਾ ਮਤਲਬ ਵੀ 5 ਨਦੀਆਂ ਦੀ ਧਰਤੀ ਹੀ ਹੈ, ਅਤੇ ਮਹਾਭਾਰਤ ਵਿੱਚ ਇਸ ਨੂੰ 5 ਨਦ ਕਿਹਾ ਗਿਆ ਹੈ। ਇਹ ਸਾਰੇ ਨਾਮ ਨੋਟ ਕਰ ਲਓ, ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਨੇ। ਤੇ ਇਸ ਨਕਸ਼ੇ ਨੂੰ ਵੇਖੋ, ਇਹ ਤਸਵੀਰ ਸਾਰੀ ਕਹਾਣੀ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ। ਇਹ ਨੇ ਉਹ 5 ਨਦੀਆਂ ਜਿਨ੍ਹਾਂ ਨੇ ਇਸ ਧਰਤੀ ਨੂੰ ਇਸ ਦਾ ਅੱਜ ਦਾ ਨਾਮ ਦਿੱਤਾ। ਇਹ ਸਿਰਫ ਪਾਣੀ ਦਾ ਸਰੋਤ ਨਹੀਂ ਸਨ, ਇਹ ਇਸ ਧਰਤੀ ਦੀਆਂ ਨਾੜੀਆਂ ਸਨ, ਲਾਈਫਲਾਈਨ ਸਨ। ਇਨ੍ਹਾਂ ਦੇ ਕਿਨਾਰੇ ਸ਼ਹਿਰ ਵਸੇ, ਖੇਤੀ ਹੋਈ ਤੇ ਵਪਾਰ ਫਲਿਆ ਫੁੱਲਿਆ। ਇਨ੍ਹਾਂ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਦੁਆਬ ਕਿਹਾ ਜਾਂਦਾ ਹੈ, ਜਿਵੇਂ ਬਿਸਤ ਦੁਆਬ, ਬਾਰੀ ਦੁਆਬ। ਇਹ ਦੁਆਬ ਦੁਨੀਆ ਦੇ ਸਭ ਤੋਂ ਉਪਜਾਊ ਇਲਾਕਿਆਂ ਵਿੱਚੋਂ ਸਨ ਤੇ ਇਸੇ ਖੁਸ਼ਹਾਲੀ ਨੇ ਹਮੇਸ਼ਾ ਬਾਹਰੀ ਤਾਕਤਾਂ ਨੂੰ ਪੰਜਾਬ ਵੱਲ ਖਿੱਚਿਆ ਸੀ। ਹੁਣ ਆਪਣੀ ਟਾਈਮ ਮਸ਼ੀਨ ਦਾ ਗੇਅਰ ਬਦਲੋ ਤੇ ਹੋਰ ਪਿੱਛੇ ਚੱਲੋ, ਨਾਮਾਂ ਦੀ ਕਹਾਣੀ ਤੋਂ ਵੀ ਪਹਿਲੇ, ਉਸ ਸਮੇਂ ਜਦੋਂ ਇਸ ਧਰਤੀ ਤੇ ਇਨਸਾਨ ਨੇ ਪਹਿਲੀ ਵਾਰ ਕਦਮ ਰੱਖਿਆ। ਪੰਜਾਬ ਦੀ ਮਿੱਟੀ ਵਿੱਚ ਸੱਭਿਅਤਾ ਦੇ ਬੀਜ ਕਿਵੇਂ ਫੁੱਟੇ? ਚਲੋ ਇਸ ਰੋਚਕ ਕਹਾਣੀ ਨੂੰ ਸਮਝਦੇ ਹਾਂ। ਇਸ ਟੇਬਲ ਦਾ ਸਕਰੀਨਸ਼ਾਟ ਤਾਂ ਤੁਸੀਂ ਜ਼ਰੂਰ ਲੈ ਲਵੋ, ਇਹ ਤੁਹਾਡੇ ਰਿਵੀਜ਼ਨ ਲਈ ਸੋਨੇ ਤੇ ਸੁਹਾਗਾ ਹੈ। ਪਰ ਚਲੋ ਇਸ ਨੂੰ ਗਹਿਰਾਈ ਨਾਲ ਸਮਝੀਏ। ਪਹਿਲਾ ਹੈ ਪੈਲੀਓਲਿਥਿਕ ਏਜ ਯਾਨੀ ਪੁਰਾਣਾ ਪੱਥਰ ਯੁੱਗ। ਸੋਚੋ, ਹਜ਼ਾਰਾਂ ਸਾਲ ਪਹਿਲੇ ਦੇ ਪੰਜਾਬ ਦੀ ਘਨੇ ਜੰਗਲ, ਜੰਗਲੀ ਜਾਨਵਰ ਤੇ ਇਨਸਾਨ ਬਸ ਇੱਕ ਸ਼ਿਕਾਰੀ ਸੀ ਤੇ ਭੋਜਨ ਇਕੱਠਾ ਕਰਦਾ ਸੀ। ਉਹ ਸਾਲਟ ਰੇਂਜ ਜੋ ਹੁਣ ਪਾਕਿਸਤਾਨ ਵਿੱਚ ਹੈ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਘੁੰਮਦਾ ਸੀ। ਉਸਦੇ ਹਥਿਆਰ ਬਸ ਬੇਟੰਗੇ ਜਿਹੇ ਪੱਥਰ।
ਨਾ ਖੇਤੀ, ਨਾ ਕਰ, ਨਾ ਕਿਸੇ ਧਾਤੂ ਦਾ ਗਿਆਨ। ਫਿਰ ਆਇਆ ਨੀਓਲਿਥਿਕ ਏਜ ਯਾਨੀ ਨਵਾਂ ਪੱਥਰ ਯੁੱਗ, ਤੇ ਇਹ ਇੱਕ ਰੈਵੋਲੂਸ਼ਨ ਸੀ। ਬਿਆਸ ਬੰਗਾਨਾ ਘਾਟੀ ਵਿੱਚ ਰੋਰ ਤੇ ਦਿੱਬਰ ਜਹੀਆਂ ਜਗ੍ਹਾਵਾਂ ਤੇ ਇਨਸਾਨ ਨੇ ਜਾਨਵਰਾਂ ਨੂੰ ਪਾਲਣਾ ਤੇ ਖੇਤੀ ਕਰਨਾ ਸਿੱਖਿਆ। ਉਹਨਾਂ ਨੇ ਮਿੱਟੀ ਦੇ ਬਰਤਨ ਬਣਾਏ, ਅੱਗ ਦਾ ਇਸਤੇਮਾਲ ਸਿੱਖਿਆ ਤੇ ਮਿੱਟੀ ਦੀਆਂ ਝੁੱਗੀਆਂ ਬਣਾ ਕੇ ਇੱਕ ਜਗ੍ਹਾ ਟਿਕ ਕੇ ਰਹਿਣਾ ਸ਼ੁਰੂ ਕੀਤਾ। ਇਹ ਇਨਸਾਨੀ ਸਭਿਅਤਾ ਦਾ ਪਹਿਲਾ ਤੇ ਸਭ ਤੋਂ ਵੱਡਾ ਕਦਮ ਸੀ। ਪੱਥਰ ਯੁੱਗ ਦੇ ਬਾਅਦ ਪੰਜਾਬ ਨੇ ਇੱਕ ਐਸੀ ਸਭਿਅਤਾ ਨੂੰ ਜਨਮ ਦਿੱਤਾ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ, ਦ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਸਿੰਧੂ ਘਾਟੀ ਸਭਿਅਤਾ। ਇਸ ਨਕਸ਼ੇ ਤੇ ਨਜ਼ਰ ਮਾਰੋ, ਇਹ ਕਿੰਨੀ ਵੱਡੀ ਸੀ ਤੇ ਇਸ ਦਾ ਇੱਕ ਸਭ ਤੋਂ ਵੱਡਾ ਤੇ ਮੁੱਖ ਸ਼ਹਿਰ ਹੜੱਪਾ ਰਾਵੀ ਨਦੀ ਦੇ ਕਿਨਾਰੇ ਪੰਜਾਬ ਦੀ ਧਰਤੀ ਤੇ ਹੀ ਸੀ। ਹੜੱਪਾ ਕੋਈ ਮਾਮੂਲੀ ਪਿੰਡ ਨਹੀਂ ਸੀ, ਇਹ ਇੱਕ ਪੂਰੀ ਤਰ੍ਹਾਂ ਪਲੈਨਡ ਸ਼ਹਿਰ ਸੀ ਜਿੱਥੇ ਪੱਕੀਆਂ ਇੱਟਾਂ ਦੇ ਮਕਾਨ ਸਨ, ਸਾਫ਼-ਸੁਥਰੀਆਂ ਗਲੀਆਂ ਅਤੇ ਅਨਾਜ ਰੱਖਣ ਲਈ ਵਿਸ਼ਾਲ ਗੋਦਾਮ ਸਨ। ਪੰਜਾਬ ਦੇ ਰੂਪਨਗਰ ਯਾਨੀ ਰੋਪੜ ਅਤੇ ਸੰਗੋਲ ਵਿੱਚ ਵੀ ਇਸ ਮਹਾਨ ਸਭਿਅਤਾ ਦੇ ਅਵਸ਼ੇਸ਼ ਮਿਲੇ ਨੇ। ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੁਨੀਆ ਦੀਆਂ ਸਭ ਤੋਂ ਪੁਰਾਣੀ ਸ਼ਹਿਰੀ ਸਭਿਅਤਾਵਾਂ ਦਾ ਪਾਲਣਾ ਰਿਹਾ ਹੈ। ਸਿੰਧੂ ਘਾਟੀ ਸੱਭਿਅਤਾ ਤੇ ਪਤਨ ਤੋਂ ਬਾਅਦ ਪੰਜਾਬ ਦੇ ਇਤਿਹਾਸ ਦਾ ਪੰਨਾ ਪਲਟਣਾ ਹੈ ਤੇ ਸ਼ੁਰੂ ਹੁੰਦਾ ਇੱਕ ਨਵਾਂ ਯੁੱਗ ਵੈਦਿਕ ਕਾਲ ਦਾ। ਇਹ ਉਹ ਸਮੇਂ ਸੀ ਜਦੋਂ ਆਰੀਅਨਸ ਦਾ ਆਗਮਨ ਹੋਇਆ। ਇਤਿਹਾਸਕਾਰਾਂ ਵਿੱਚ ਇਸ ਗੱਲ ਤੇ ਬਹਿਸ ਹੈ ਕਿ ਉਹ ਬਾਹਰ ਤੋਂ ਆਏ ਸਨ ਜਾਂ ਇੱਥੇ ਦੇ ਹੀ ਮੂਲ ਨਿਵਾਸੀ ਸਨ, ਪਰ ਇੱਕ ਗੱਲ ਪੱਕੀ ਹੈ, ਦੁਨੀਆ ਦੀ ਸਭ ਤੋਂ ਪੁਰਾਣੀ ਗ੍ਰੰਥ ਰਿਗਵੇਦਾ ਦੀ ਰਚਨਾ ਇਸੀ ਸਪਤ ਸਿੰਧੂ ਯਾਨੀ ਪੰਜਾਬ ਦੀ ਧਰਤੀ ਤੇ ਹੋਈ ਸੀ। ਇਹ ਸਮੇਂ ਗਿਆਨ, ਦਰਸ਼ਨ ਅਤੇ ਸੰਸਕ੍ਰਿਤੀ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਓਕੇ, ਇਸ ਸਲਾਈਡ ਤੇ ਨਾ ਤੁਸੀਂ 5 ਸਟਾਰ ਮਾਰਕ ਕਰ ਲਓ। ਮੈਚ ਦਾ ਫੋਲੋਇੰਗ ਵਿੱਚ ਇਹ ਸਵਾਲ ਬਾਰ-ਬਾਰ ਆਂਦਾ ਹੈ। ਚਲੋ ਇਸ ਨੂੰ ਯਾਦ ਕਰੀਏ। ਵਿਤਸਤਾ, ਜਿਸ ਦੇ ਕਿਨਾਰੇ ਸਿਕੰਦਰ ਤੇ ਪੋਰਸ ਦਾ ਯੁੱਧ ਹੋਇਆ, ਉਸ ਦਾ ਮਾਡਰਨ ਨਾਮ ਹੈ ਝੇਲਮ। ਆਸਿਕਨੀ, ਜਿਸ ਨੂੰ ਪਿਆਰ ਦੀ ਨਦੀ ਵੀ ਕਹਿੰਦੇ ਨੇ, ਉਹ ਹੈ ਚਿਨਾਬ। ਪੁਰੁਸ਼ਨੀ, ਜਿਸ ਦੇ ਕਿਨਾਰੇ 10 ਰਾਜਿਆਂ ਦਾ ਯੁੱਧ ਲੜਿਆ ਗਿਆ, ਉਹ ਹੈ ਰਾਵੀ। ਵਿਪਾਸ਼ਾ ਹੈ ਸਾਡੀ ਬਿਆਸ ਤੇ ਸ਼ੁਤੁਦਰੀ ਹੈ ਸਤਲੁਜ। ਪਰ ਸਭ ਤੋਂ ਦਿਲਚਸਪ ਹੈ ਸਰਸਵਤੀ, ਜਿਹੜੀ ਸੁੱਕ ਗਈ। ਇਸ ਨਦੀ ਦਾ ਜ਼ਿਕਰ ਰਿਗਵੇਦ ਵਿੱਚ ਬਾਰ-ਬਾਰ ਆਂਦਾ ਹੈ, ਪਰ ਅੱਜ ਇਹ ਜ਼ਮੀਨ ਤੇ ਨਹੀਂ ਦਿਖਦੀ। ਇਸ ਦਾ ਗਾਇਬ ਹੋ ਜਾਣਾ ਇਤਿਹਾਸ ਦੀ ਸਭ ਤੋਂ ਵੱਡੀਆਂ ਪਹਿਲੀਆਂ ਵਿੱਚੋਂ ਇੱਕ ਹੈ। ਵੈਦਿਕ ਕਾਲ ਹਮੇਸ਼ਾ ਇੱਕੋ ਜਿਹਾ ਨਹੀਂ ਰਿਹਾ। ਇਸ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸ਼ੁਰੂਆਤੀ ਵੈਦਿਕ ਕਾਲ ਵਿੱਚ ਆਰੀਅਨ ਸਮਾਜ ਮੁੱਖ ਰੂਪ ਨਾਲ ਪਸ਼ੂ ਪਾਲਕ ਸੀ। ਉਹਨਾਂ ਦੀ ਦੌਲਤ ਉਹਨਾਂ ਦੇ ਪਸ਼ੂ, ਖਾਸ ਕਰਕੇ ਗਾਵਾਂ ਹੁੰਦੀਆਂ ਸਨ। ਉਹਨਾਂ ਦਾ ਜੀਵਨ ਪੰਜਾਬ ਯਾਨੀ ਸਪਤਾ ਸਿੰਧੂ ਦੇ ਇਲਾਕੇ ਤੱਕ ਹੀ ਸੀਮਿਤ ਸੀ। ਪਰ ਫਿਰ ਇੱਕ ਗੇਮ ਚੇਂਜਰ ਖੋਜ ਹੋਈ, ਲੋਹੇ ਦੀ ਯਾਨੀ ਆਇਰਨ ਦੀ। ਲੋਹੇ ਦੇ ਹਥਿਆਰਾਂ ਨਾਲ ਜੰਗਲ ਸਾਫ਼ ਕਰਨਾ ਸੌਖਾ ਹੋ ਗਿਆ। ਇਸ ਕਰਕੇ ਲੇਟਰ ਵੈਦਿਕ ਪੀਰੀਅਡ ਵਿੱਚ ਉਹ ਖੇਤੀਬਾੜੀ ਕਰਨ ਲੱਗ ਪਏ ਤੇ ਪੂਰਬ ਵੱਲ ਗੰਗਾ ਦੇ ਮੈਦਾਨਾਂ ਵੱਲ ਵਧ ਗਏ। ਇਸ ਦੇ ਨਾਲ ਹੀ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਛੋਟੇ-ਛੋਟੇ ਕਬੀਲੇ ਵਿਸ਼ਾਲ ਰਾਜਾਂ ਯਾਨੀ ਜਨਪਦਾਸ ਵਿੱਚ ਬਦਲ ਗਏ। ਇਹ ਬਦਲਾਅ ਸਮਝਣਾ ਬਹੁਤ ਜ਼ਰੂਰੀ ਹੈ। ਰਿਗਵੇਦਾ ਸਿਰਫ ਮੰਤਰਾਂ ਦਾ ਸੰਗ੍ਰਹਿ ਨਹੀਂ, ਇਸ ਵਿੱਚ ਉਸ ਸਮੇਂ ਦੀਆਂ ਇਤਿਹਾਸਿਕ ਘਟਨਾਵਾਂ ਦਾ ਵੀ ਜ਼ਿਕਰ ਹੈ। ਤੇ ਸਭ ਤੋਂ ਮਸ਼ਹੂਰ ਘਟਨਾ ਹੈ ਦਸਾਰਜਨਾ ਯੁੱਧ ਯਾਨੀ 10 ਰਾਜਿਆਂ ਦੀ ਲੜਾਈ। ਇਹ ਕੋਈ ਗਲੀ ਮੁਹੱਲੇ ਦੀ ਲੜਾਈ ਨਹੀਂ ਸੀ, ਇਹ ਉਸ ਯੁੱਗ ਦਾ ਵਰਲਡ ਵਾਰ ਸੀ। ਸਮਝੋ, ਇਹ ਲੜਾਈ ਪਰੁਸ਼ਨੀ ਯਾਨੀ ਰਾਵੀ ਨਦੀ ਦੇ ਕਿਨਾਰੇ ਲੜੀ ਗਈ ਸੀ। ਇੱਕ ਪਾਸੇ ਸਨ ਭਾਰਤਾ ਕਬੀਲੇ ਦੇ ਰਾਜਾ ਸੁਦਾਸ ਤੇ ਦੂਜੇ ਪਾਸੇ ਸਨ 10 ਕਬੀਲਿਆਂ ਦਾ ਇੱਕ ਗਠਬੰਧਨ। ਕਹਿੰਦੇ ਨੇ ਕਿ ਲੜਾਈ ਦਾ ਕਾਰਨ ਨਦੀ ਦੇ ਪਾਣੀ ਦੀ ਵੰਡ ਸੀ। ਇਸ ਯੁੱਧ ਵਿੱਚ ਰਾਜਾ ਸੁਦਾਸ ਦੀ ਜੀਤ ਹੋਈ ਤੇ ਇਸ ਜੀਤ ਨੇ ਭਾਰਤਾ ਕਬੀਲੇ ਦੀ ਸ਼ਿਸ਼ਟਤਾ ਸਥਾਪਿਤ ਕੀਤੀ। ਕਈ ਵਿਦਵਾਨ ਤਾਂ ਇਹ ਵੀ ਮੰਨਦੇ ਨੇ ਕਿ ਇਸੇ ਭਾਰਤਾ ਕਬੀਲੇ ਦੇ ਨਾਮ ਤੋਂ ਸਾਡੇ ਦੇਸ਼ ਦਾ ਨਾਮ ਭਾਰਤ ਪਿਆ। ਚਲੋ ਹੁਣ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਵੈਦਿਕ ਕਾਲ ਦੇ ਬਾਅਦ ਕੀ ਹੋਇਆ। ਪੰਜਾਬ ਦੀ ਖੁਸ਼ਹਾਲੀ, ਇਸ ਦੀ ਉਪਜਾਊ ਜ਼ਮੀਨ ਤੇ ਇਸ ਦੀ ਸਟ੍ਰੈਟੇਜਿਕ ਲੋਕੇਸ਼ਨ, ਇਹ ਭਾਰਤ ਦਾ ਪ੍ਰਵੇਸ਼ ਦੁਆਰ ਸੀ। ਇਸ ਕਰਕੇ ਇਹ ਹਮੇਸ਼ਾ ਹਮਲਾਵਾਰਾਂ ਦੀਆਂ ਨਜ਼ਰਾਂ ਵਿੱਚ ਰਿਹਾ। ਪੰਜਾਬ ਦੀ ਖੁਸ਼ਹਾਲੀ ਉਸ ਲਈ ਵਰਦਾਨ ਵੀ ਸੀ ਤੇ ਸ਼ਰਾਪ ਵੀ। ਇਸ ਧਰਤੀ ਨੇ ਯੁੱਧਾਂ ਦੇ ਮੰਜ਼ਰ ਵੀ ਵੇਖੇ ਤੇ ਵਿਸ਼ਾਲ ਸਾਮਰਾਜਾਂ ਦਾ ਰਾਜ ਵੀ। ਅਗਲੇ ਕੁਝ ਮਿੰਟ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਨਟਾਕਿਆਂ ਪੰਨੇ ਨੇ। ਇਸ ਟਾਈਮਲਾਈਨ ਨੂੰ ਆਪਣੇ ਦਿਮਾਗ ਵਿੱਚ ਛਾਪ ਲਵੋ। ਸਭ ਤੋਂ ਪਹਿਲਾਂ 550 BC ਦੇ ਆਸ-ਪਾਸ ਫਾਰਸੀ ਸਾਮਰਾਜ ਯਾਨੀ ਪਰਸ਼ੀਅਨ ਐਮਪਾਇਰ ਨੇ ਹਮਲਾ ਕੀਤਾ ਤੇ ਪੰਜਾਬ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਇਆ। ਫਿਰ 326 BC ਵਿੱਚ ਆਇਆ ਵਿਸ਼ਵ ਵਿਜੇਤਾ ਸਿਕੰਦਰ ਯਾਨੀ ਅਲੈਗਜ਼ੈਂਡਰ ਦ ਗ੍ਰੇਟ, ਜਿਸ ਨੇ ਝੇਲਮ ਦੇ ਕਿਨਾਰੇ ਰਾਜਾ ਪੋਰਸ ਨਾਲ ਲੜਾਈ ਕੀਤੀ। ਸਿਕੰਦਰ ਦੀ ਸੈਨਾ ਬਿਆਸ ਨਦੀ ਤੋਂ ਅੱਗੇ ਨਹੀਂ ਵਧ ਪਾਈ ਤੇ ਵਾਪਸ ਮੁੜ ਗਈ। ਉਸ ਦੇ ਜਾਣ ਬਾਅਦ ਜੋ ਪਾਵਰ ਵੈਕਿਊਮ ਬਣਿਆ, ਉਸ ਦਾ ਫਾਇਦਾ ਚੁੱਕਿਆ ਚੰਦਰਗੁਪਤ ਮੌਰਿਆ ਨੇ, ਜਿਸ ਨੇ 322 BC ਵਿੱਚ ਭਾਰਤ ਦੇ ਪਹਿਲੇ ਮਹਾਨ ਸਾਮਰਾਜ ਮੌਰਿਆ ਸਾਮਰਾਜ ਦੀ ਨੀਂਹ ਰੱਖੀ। ਪੰਜਾਬ ਇਸ ਮਹਾਨ ਸਾਮਰਾਜ ਦਾ ਇੱਕ ਜ਼ਰੂਰੀ ਹਿੱਸਾ ਬਣਿਆ। ਕਈ ਸਾਲ ਬਾਅਦ 320 AD ਦੇ ਆਸ-ਪਾਸ ਗੁਪਤਾ ਸਾਮਰਾਜ ਦਾ ਉਦੈ ਹੋਇਆ, ਜਿਸ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਤੇ ਪੰਜਾਬ ਉਸ ਦੀ ਸ਼ਾਨ ਦਾ ਗਵਾਹ ਬਣਿਆ। ਹੁਣ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਮੈਂ ਇਹ ਸਾਰੀਆਂ ਕਹਾਣੀਆਂ, ਇਹ ਤਿਥੀ ਤਾਰੀਖਾਂ ਕਿੱਥੋਂ ਦੱਸ ਰਿਹਾ ਹਾਂ? ਕੀ ਇਤਿਹਾਸਕਾਰਾਂ ਕੋਲ ਕੋਈ ਟਾਈਮ ਮਸ਼ੀਨ ਹੈ? ਬਿਲਕੁਲ ਨਹੀਂ। ਇਤਿਹਾਸ ਸਬੂਤਾਂ ਤੇ ਆਧਾਰਿਤ ਹੁੰਦਾ ਹੈ।
ਇਤਿਹਾਸਕਾਰ ਜਾਸੂਸਾਂ ਵਾਂਗ ਸੁਰਾਗ ਲੱਭਦੇ ਨੇ। ਚਲੋ ਆਪਾਂ ਵੀ ਵੇਖੀਏ ਕਿ ਪ੍ਰਾਚੀਨ ਪੰਜਾਬ ਦੇ ਇਤਿਹਾਸ ਦੇ ਮੁੱਖ ਸਬੂਤ ਜਾਂ ਸਰੋਤ ਕੀ ਨੇ। ਸਭ ਤੋਂ ਪਹਿਲਾਂ ਹੁੰਦੇ ਨੇ ਲਿਖਤੀ ਸਰੋਤ। ਇਸ ਵਿੱਚ ਸਭ ਤੋਂ ਇੰਪੋਰਟੈਂਟ ਹੈ ਰਿਗਵੇਦਾ, ਜੋ ਸਮਝੋ ਸਮੇਂ ਦੀ ਅੱਖੀਂ ਵੇਖੀ ਰਿਪੋਰਟ ਹੈ। ਫਿਰ ਆਉਂਦੇ ਨੇ ਪੁਰਾਣਾ ਤੇ ਰਾਮਾਇਣ ਮਹਾਭਾਰਤ ਜਿਹੇ ਮਹਾਕਾਵਿ, ਜਿਨ੍ਹਾਂ ਵਿੱਚ ਪ੍ਰਾਚੀਨ ਰਾਜਵੰਸ਼ਾਂ ਤੇ ਸ਼ਹਿਰਾਂ ਦਾ ਜ਼ਿਕਰ ਮਿਲਦਾ ਹੈ। ਚਾਣਕਿਆ ਯਾਨੀ ਕੌਟਿਲਿਆ ਦੀ ਲਿਖੀ ਅਰਥਸ਼ਾਸਤਰ ਸਾਨੂੰ ਮੌਰੀਅਨ ਸਾਮਰਾਜ ਦੇ ਰਾਜਕਾਜ ਦੀ ਪੂਰੀ ਜਾਣਕਾਰੀ ਦਿੰਦੀ ਹੈ। ਇਸ ਤੋਂ ਇਲਾਵਾ ਹਿਊਏਨ-ਸਾਂਗ ਜਿਹੇ ਵਿਦੇਸ਼ੀ ਯਾਤਰੀਆਂ ਦੇ ਲੇਖ ਵੀ ਨੇ, ਜਿਨ੍ਹਾਂ ਨੇ ਆਪਣੀ ਅੱਖੀਂ ਵੇਖੀ ਗੱਲਾਂ ਲਿਖੀਆਂ। ਇਹ ਸਭ ਮਿਲ ਕੇ ਸਾਨੂੰ ਉਸ ਸਮੇਂ ਦੀ ਇੱਕ ਤਸਵੀਰ ਦਿੰਦੇ ਨੇ। ਪਰ ਸਿਰਫ ਲਿਖੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਸ ਲਈ ਜ਼ਰੂਰੀ ਨੇ ਪੁਰਾਤੱਤਵ ਸਰੋਤ, ਯਾਨੀ ਕਿ ਜ਼ਮੀਨ 'ਚੋਂ ਨਿਕਲੀਆਂ ਠੋਸ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਛੂ ਸਕਦੇ ਹੋ, ਜਿਵੇਂ ਕਿ ਪੱਥਰਾਂ ਜਾਂ ਸਤੰਭਾਂ ਤੇ ਉਕਰੇ ਲੇਖ, ਜਿਨ੍ਹਾਂ ਨੂੰ ਇਨਸਕ੍ਰਿਪਸ਼ਨਸ ਕਹਿੰਦੇ ਨੇ। ਫॉर ਐਗਜ਼ਾਮਪਲ, ਇਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਸਾਨੂੰ ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਦੱਸਦੀ ਹੈ। ਪੁਰਾਣੇ ਸਿੱਕੇ ਸਾਨੂੰ ਦੱਸਦੇ ਨੇ ਕਿ ਕਿਸ ਰਾਜੇ ਦਾ ਸ਼ਾਸਨ ਸੀ, ਅਤੇ ਸਭ ਤੋਂ ਜ਼ਰੂਰੀ, ਰੋਪਰ ਤੇ ਸੰਗੋਲ ਜਿਹੀਆਂ ਜਗ੍ਹਾਵਾਂ ਦੀ ਖੁਦਾਈ ਤੋਂ ਮਿਲੇ ਅਵਸ਼ੇਸ਼, ਮਿੱਟੀ ਦੇ ਬਰਤਨ, ਹਥਿਆਰ, ਇਹ ਸਭ ਉਸ ਸਮੇਂ ਦੇ ਲੋਕਾਂ ਦੀ ਜ਼ਿੰਦਗੀ ਦੀ ਸਿੱਧੀ ਗਵਾਹੀ ਦਿੰਦੇ ਨੇ। ਚਲੋ ਜੀ, ਹੁਣ ਟਾਈਮ ਆ ਗਿਆ ਹੈ ਇਸ ਸਾਰੇ ਗਿਆਨ ਨੂੰ ਪੈਕ ਕਰਕੇ ਆਪਣੇ ਦਿਮਾਗ ਦੀ ਹਾਰਡ ਡਿਸਕ ਵਿੱਚ ਸੇਵ ਕਰਨ ਦਾ। ਹੁਣ ਵਾਰੀ ਹੈ ਉਸ ਸਭ ਨੂੰ ਸਮੇਟਣ ਦੀ ਜੋ ਸਿੱਧਾ ਤੁਹਾਡੇ ਐਗਜ਼ਾਮ ਵਿੱਚ ਪੁੱਛਿਆ ਜਾਣਾ ਹੈ। ਆਪਾਂ ਇਸ ਨੂੰ ਰੈਪਿਡ ਫਾਇਰ ਰਾਉਂਡ ਵਾਂਗ ਕਰਾਂਗੇ। ਦਿਮਾਗ ਦੇ ਦਰਵਾਜ਼ੇ ਖੋਲ ਲਵੋ ਤੇ ਪੈਨ ਕਾਪੀ ਤਿਆਰ ਰੱਖੋ। ਇਹ ਪੁਆਇੰਟ ਨੋਟ ਕਰ ਲਓ, ਪੇਪਰ ਵਿੱਚ ਪੱਕਾ ਆਏਗਾ। ਸਭ ਤੋਂ ਪਹਿਲਾਂ ਇਸ ਗਲਤਫਹਿਮੀ ਨੂੰ ਹਮੇਸ਼ਾ ਲਈ ਦਿਮਾਗ 'ਚੋਂ ਕੱਢ ਦਿਓ। ਇਹ ਇੱਕ ਐਸੀ ਗਲਤੀ ਹੈ ਜੋ 90% ਸਟੂਡੈਂਟਸ ਕਰਦੇ ਨੇ, ਤੁਸੀਂ ਨਹੀਂ ਕਰਨੀ। ਪੰਜਾਬ ਨਾਮ ਵੈਦਿਕ ਨਹੀਂ ਹੈ, ਇਹ ਫਾਰਸੀ ਹੈ। ਰਿਗਵੇਦ ਦੇ ਸਮੇਂ ਇਸ ਧਰਤੀ ਦਾ ਨਾਮ ਸੀ ਸਪਤਾ ਸਿੰਧੂ। ਜੇ ਐਗਜ਼ਾਮ ਵਿੱਚ ਸਵਾਲ ਆਵੇ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਲਿਖਿਤ ਨਾਮ ਕੀ ਹੈ, ਤਾਂ ਜਵਾਬ ਹੋਵੇਗਾ ਸਪਤਾ ਸਿੰਧੂ, ਨਾ ਕਿ ਪੰਜਾਬ। ਇਸ ਗੱਲ ਨੂੰ ਪੱਕਾ ਕਰ ਲਓ। ਤਾਂ ਹੁਣ ਚਲਿਏ ਬੁਲੇਟ ਪੁਆਇੰਟਸ ਤੇ ਫਟਾਫਟ ਰਿਵਾਈਜ਼ ਕਰੀਏ। ਇਹ ਉਹ ਜਾਣਕਾਰੀ ਹੈ ਜੋ ਤੁਹਾਨੂੰ ਬਿਲਕੁਲ ਫਿੰਗਰਟਿਪਸ ਤੇ ਹੋਣੀ ਚਾਹੀਦੀ ਹੈ। ਰਿਗਵੈਦਿਕ ਨਾਮ ਸਪਤਾ ਸਿੰਧੂ, ਗ੍ਰੀਕ ਨਾਮ ਪੈਨੇਪੋਟਾਮੀਆ, ਮਹਾਭਾਰਤ ਵਿੱਚ ਨਾਮ ਪੰਚਨਾਦ। 10 ਰਾਜਿਆਂ ਦਾ ਯੁੱਧ ਕਿਸ ਨਦੀ ਤੇ ਹੋਇਆ? ਰਾਵੀ ਯਾਨੀ ਪਰੁਸ਼ਨੀ। ਸ਼ੁਰੂਆਤੀ ਵੈਦਿਕ ਲੋਕਾਂ ਦਾ ਮੁੱਖ ਕੰਮ ਕੀ ਸੀ? ਪਸ਼ੂ ਪਾਲਨ। ਪ੍ਰਾਚੀਨ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਰੋਤ ਕੀ ਹੈ? ਰਿਗਵੇਦਾ। ਬਸ ਇੰਨਾ ਯਾਦ ਕਰ ਲਓ, ਇਸ ਟੌਪਿਕ ਵਿੱਚੋਂ ਕੋਈ ਵੀ ਸਵਾਲ ਗਲਤ ਨਹੀਂ ਹੋਵੇਗਾ। ਜਿਵੇਂ ਕਿ ਇਸ ਕਥਨ ਵਿੱਚ ਕਿਹਾ ਗਿਆ ਹੈ, ਪੰਜਾਬ ਸਿਰਫ ਇੱਕ ਪ੍ਰਦੇਸ਼ ਨਹੀਂ, ਇਸ ਸਭਿਅਤਾ ਦਾ ਪਾਲਣਾ ਤੇ ਮਹਾਨ ਯੁੱਧਾਂ ਦੀ ਭੂਮੀ ਰਿਹਾ ਹੈ। ਇਸ ਦੀ ਮਿੱਟੀ ਵਿੱਚ ਇਤਿਹਾਸ ਦੀਆਂ ਅਨੇਕਾਂ ਕਹਾਣੀਆਂ ਦਫਨ ਨੇ। ਭਾਰਤ ਨੂੰ ਸਮਝਣ ਲਈ ਪਹਿਲਾਂ ਪੰਜਾਬ ਦੇ ਇਸ ਗੌਰਵਸ਼ਾਲੀ ਤੇ ਸੰਘਰਸ਼ ਭਰੇ ਇਤਿਹਾਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਆਪਾਂ ਨੇ ਉਸੇ ਇਤਿਹਾਸ ਦੀ ਇੱਕ ਝਲਕ ਵੇਖੀ ਹੈ। ਤੇ ਅੰਤ ਵਿੱਚ ਇੱਕ ਸਵਾਲ ਸਿਰਫ ਤੁਹਾਡੇ ਸੋਚਣ ਲਈ। ਜੇ ਸਰਸਵਤੀ ਵਰਗੀ ਵਿਸ਼ਾਲ ਨਦੀ, ਜਿਸ ਨੂੰ ਵੇਦਨ ਵਿੱਚ ਦੇਵੀ ਦਾ ਦਰਜਾ ਦਿੱਤਾ ਗਿਆ ਸੀ, ਸਮੇਂ ਦੇ ਖੇੜ ਵਿੱਚ ਗਾਇਬ ਹੋ ਸਕਦੀ ਹੈ, ਤਾਂ ਇਹ ਸਾਨੂੰ ਭੂਗੋਲ ਅਤੇ ਇਤਿਹਾਸ ਦੇ ਗਹਿਰੇ ਰਿਸ਼ਤੇ ਬਾਰੇ ਕੀ ਸਿਖਾਉਂਦੀ ਹੈ? ਇਹ ਸਿਖਾਉਂਦੀ ਹੈ ਕਿ ਕੁਝ ਵੀ ਸਥਾਈ ਨਹੀਂ ਹੈ ਤੇ ਪ੍ਰਕਿਰਤੀ ਦੀ ਸ਼ਕਤੀ ਸਾਹਮਣੇ ਮਾਨਵ ਇਤਿਹਾਸ ਕਿੰਨਾ ਛੋਟਾ ਹੈ। ਇਸ ਗੱਲ ਤੇ ਜ਼ਰੂਰ ਵਿਚਾਰ ਕਰਨਾ। ਉਮੀਦ ਹੈ ਤੁਹਾਨੂੰ ਇਸ ਵਿਸ਼ਲੇਸ਼ਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਵਿਸ਼ਲੇਸ਼ਣ ਲਈ ਮਿਸ਼ਨ ਪੰਜਾਬ ਐਗਜ਼ਾਮਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਅਗਲਾ ਵਿਸ਼ਲੇਸ਼ਣ ਕਿਸ ਟੌਪਿਕ ਤੇ ਚਾਹੀਦਾ ਹੈ। ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਧੰਨਵਾਦ।